सब देखने और सुनने वालों की खिदमत में मोहब्बत भरा सलाम। यकूब साहब हमारे साथ हैं। पहले यकूब साहब की सुनते हैं, फिर इनसे सवाल करेंगे। यकूब साहब क्या कहना चाहेंगे आप? बिस्मिल्लाहिर्रहमानिर्रहीम। ये साहब अस्सलाम वालेकुम वरहमतुल्लाह। वालेकुम सलाम। अर्ज़ है भाई पाकिस्तान ते जिन्ना बनाया वो दुनिया ते टुर गए। ये अल्लाह ताला जानदा उसले सिर्फ आए भी कोई पाकिस्तान 47 जी बने, मैं 54 दी पैदाइश हां। ਜਿਹੜਾ ਅਸੀਂ ਕਿਤਾਬਾਂ 'ਚ ਪੜ੍ਹਨੇ ਹੁਣ ਤੇ ਇਹਨਾਂ ਕਿਤਾਬਾਂ ਵਿੱਚ ਉਹ ਬੰਦਿਆਂ ਦੇ ਨਾਂ ਹੀ ਕੱਢ ਛੱਡਣ ਨੂੰ ਜਿੰਨਾ ਪਾਕਿਸਤਾਨ ਬਣਾਇਆ, ਜਿਹੜਾ ਮੁਹੱਬੇ ਵਤਨ ਹੈ, ਜਿਹੜੇ ਮੁਸਲਮਾਨ ਹੈ। ਹੁਣ ਤੇ ਇਸ ਵੇਲੇ ਯਜ਼ੀਦੀ ਦੌਰ ਚੱਲਦਾ ਪਿਆ। ਇਸ ਵੇਲੇ ਮੈਂ ਉਹਨੂੰ ਪਾਕਿਸਤਾਨ ਨਹੀਂ ਕਹਿੰਦਾ, ਤੁਸੀਂ ਕਹਿੰਦੇ ਹੋ ਪਾਕਿਸਤਾਨ। ਲੋਕ ਕਹਿੰਦੇ ਨੇ, ਮੇਰੇ ਕੋਲ ਜਿਹੜੇ ਯਾਰ ਦੋਸਤ ਕਹਿੰਦੇ ਨੇ ਮੇਰੀ ਫੌਤ ਹੋ ਗਈ, ਬੰਦੇ ਮੇਰੇ ਕੋਲ ਆਉਂਦੇ ਨੇ, ਮੈਂ ਇਹ ਆਖਣਾ ਕਿ ਮੈਂ ਗਜ਼ਾ 'ਚ ਰਹਿ ਰਿਹਾ ਤੇ ਸਾਡੇ ਤੇ ਈਸਾਈ ਨੇ ਕਬਜ਼ਾ ਕੀਤੀ। ਕੋਈ ਇਸ ਵੇਲੇ ਪਾਕਿਸਤਾਨ 'ਚ ਇੱਕ ਵੀ ਬੰਦਾ, ਨਾ ਸਾਡੀ ਫੌਜ ਹੈ, ਨਾ ਸਾਡੀ ਪੁਲਿਸ ਹੈ, ਨਾ ਸਾਡੀ ਬਿਊਰੋਕ੍ਰੇਸੀ ਹੈ, ਨਾ ਸਾਡੀਆਂ ਅਦਾਲਤਾਂ ਨੇ, ਨਾ ਸਾਡੇ ਕੋਈ ਹਲਾਲ ਦਾ ਇੱਕ ਬੰਦਾ ਵੀ ਚੁਣ ਲਓ ਜਿਹੜਾ ਹਲਾਲ ਦਾ ਬੰਦਾ, ਜਾਂ ਉਹ ਜ਼ਮੀਨ ਦੋਜ਼ ਹੈ, ਜਾਂ ਉਹ ਬਾਹਰ ਦੇ ਮੁਲਕ ਨੱਸ ਕੇ ਬੈਠੇ ਹੈ, ਜਾਂ ਉਹ ਜੇਲ੍ਹਾਂ 'ਚ ਡੱਕੇ ਹੈ। ਜਿਹੜੇ ਇਸ ਵੇਲੇ ਅਦਾਰਿਆਂ ਦੇ ਕੰਟਰੋਲ ਕਰ ਰਹੇ ਨੇ ਉਹ ਯਜ਼ੀਦੀ ਨੇ। ਨਾ ਉਹਨਾਂ ਦਾ ਕੋਈ ਪਾਕਿਸਤਾਨ ਨਾਲ ਤਲਕ ਹੈ, ਨਾ ਮਜ਼ਹਬ ਨਾਲ ਤਲਕ ਹੈ, ਨਾ ਉਹਨਾਂ ਨੂੰ ਕਲਮਾ ਪੜ੍ਹਨਾ ਆਉਂਦਾ। ਜਿਸ ਸੂਬੇ ਪੰਜਾਬ ਦੀ ਅੱਧਾ ਪਾਕਿਸਤਾਨ ਇੱਕ 2 ਟਕੇ ਦੀ ਗੰਦੀ ਔਰਤ, ਮੈਂ ਕਸਮ ਖਾਨਾ ਮੇਰੇ ਨਾਲ ਕੋਈ ਬੰਦਾ ਗੱਲ ਕਰ ਲੈ, ਮੈਨੂੰ ਉਹ ਜ਼ਨਾਨੀ 6 ਕਲਮੇ ਸੁਣਾ ਸਕੇ। ਉਹ ਜ਼ਨਾਨੀ ਇਹ ਦੱਸੇ ਕਿ ਵੁਜ਼ੂ ਕੀ ਕਰਨਾ ਨਹੀਂ, ਪਰ ਕਲਮਾ ਤੇ ਉੱਥੇ ਆਮ ਪਬਲਿਕ ਨੂੰ ਕੋਈ ਵੀ ਨਹੀਂ ਆਉਂਦਾ। ਉੱਥੇ ਮੈਂ ਦੇਖਣਾ ਨਾ ਸੋਸ਼ਲ ਮੀਡੀਆ ਤੇ ਪੁੱਛਦੇ ਨੇ ਉਹ ਕਲਮਾ ਸੁਣਾ ਦੋ, ਨਮਾਜ਼ਾਂ ਕਿੰਨੀਆਂ ਨੇ, ਕਿਸੇ ਨੂੰ ਵੀ ਨਹੀਂ ਪਤਾ ਉੱਥੇ ਦੇ ਅਕਸਰ ਨੂੰ। ਉਹਦਾ ਕੀ ਕਸੂਰ ਹੈ? ਮੈਂ ਤੁਹਾਡਾ ਪ੍ਰੋਗਰਾਮ ਤੱਕਿਆ ਜਿਹੜਾ ਤੁਸੀਂ ਜਰਮਨੀ ਕੀਤਾ, ਕਈਆਂ ਲੋਕਾਂ ਨੂੰ ਆਉਂਦਾ, ਕਈਆਂ ਨੂੰ ਨਹੀਂ ਆਉਂਦਾ। ਲੇਕਿਨ ਗੱਲ ਇਹ ਵੀ ਆਮ ਬੰਦਾ ਨਾ, ਗਰੀਬ ਹੈ, ਮਜ਼ਦੂਰੀ ਕਰਦਾ, ਨਹੀਂ ਪੜਿਆ, ਮਾਪਿਆਂ ਨਹੀਂ ਮਾਹੀ ਭੇਜਿਆ। ਤੇ ਉਹ ਵੀ ਮਜ਼ਦੂਰੀ ਕਰਦੀ ਰਹੀ ਹੈ, ਉਹ ਵੀ ਤਾਂ ਮਜ਼ਦੂਰੀ, ਉਹਦਾ ਅੱਬਾ ਵੀ ਤਾਂ ਮਜ਼ਦੂਰ ਹੀ ਹੈਗਾ ਸੀ, ਨਵਾਜ਼ ਸ਼ਰੀਫ ਉਹਦਾ ਦਾਦਾ ਮਜ਼ਦੂਰ ਸੀ। ਉਹਨੂੰ ਨਹੀਂ ਆਉਂਦਾ ਤੇ ਉਹਦੇ ਪਿੱਛੇ ਕਿਉਂ ਪੈ ਜਾਂਦੇ ਜੇ? ਨਹੀਂ ਜੀ ਨਹੀਂ, ਉਹ ਕੋਈ ਮਜ਼ਦੂਰ ਨਹੀਂ, ਨਾ ਉਹਦਾ ਦਾਦਾ ਮਜ਼ਦੂਰ ਹੈ, ਨਾ ਉਹਦਾ ਪਰਦਾਦਾ ਮਜ਼ਦੂਰ ਹੈ, ਤੇ ਨਾ ਉਹ ਖਰਬਪਤੀ ਖਾਨਦਾਨ ਦੀ ਔਰਤ ਹੈ। ਪੂਰਾ ਅੰਮ੍ਰਿਤਸਰ ਹੀਰਾ ਮੰਡੀ ਉਹਨਾਂ ਦੀ ਆਪਣੀ ਹੈ ਜੀ, ਉੱਥੋਂ ਹੀ ਸਾਰਾ ਟੱਬਰ ਆਏ ਨੇ, ਉੱਥੇ ਹੀ ਦਾਦੀ ਉੱਥੇ ਦੀ ਹੈ, ਨਾਨੀ ਉੱਥੇ ਦੀ ਹੈ, ਮਾਂ ਉੱਥੇ ਦੀ ਹੈ। ਇਹ ਕੋਈ ਗਰੀਬ ਲੋਕ ਨਹੀਂ, ਕੰਜਰ ਨੇ। ਕੰਜਰ ਕਦੇ ਗਰੀਬ ਨਹੀਂ ਹੋਇਆ ਕਦੇ। ਜਿਸ ਔਰਤ ਨੂੰ ਇਹ ਨਹੀਂ ਪਤਾ ਆਪਣਾ ਜਿਸਮ ਕਿੰਝ ਪਾਕ ਕਰਨਾ, ਉਹਨੂੰ ਤੁਸੀਂ ਫੜ ਕੇ ਕਹਿ ਜਾਂਦੇ। ਪੰਜਾਬ 'ਚ ਬੰਦੇ ਮਰ ਗਏ ਨੇ ਗੈਰਤਮੰਦ ਲੋਕਾਂ ਦੇ ਪੁੱਤਰ। ਮੈਂ ਜ਼ਾਤੀ ਤੌਰ ਤੇ ਜਾਣਦਾ ਜਿਵੇਂ ਸਾਹਿਬ, ਮੈਂ ਆਪਣੀ ਗੱਲ ਨਹੀਂ ਕਰਦਾ। ਮੇਰੇ ਪਿੰਡ, ਮੇਰੇ ਸੱਜੇ ਖੱਬੇ, ਮੇਰੇ ਕਲਾਸ ਲੋਕਾਂ ਦੇ ਪੁੱਤਰ ਬੜੇ ਬੜੇ ਕਾਬਲ, ਨੇਕ, ਗ੍ਰੈਜੂਏਟ, ਸਾਡੇ ਹਲਕੇ ਦੇ ਬੰਦੇ, ਕੋਈ ਆਰਮੀ 'ਚ ਵੀ ਨੇ, ਆਮ ਪਬਲਿਕ ਵਿੱਚ ਵੀ ਹੈ ਨਾ, ਪੁਲਿਸ ਵਿੱਚ ਵੀ ਹੈ ਨਾ, ਬਹੁਤ ਬਹੁਤ ਕਾਬਲ, ਜਿਨ੍ਹਾਂ ਦੇ ਕੋਲ ਇਹ ਸਫਦਰ ਅਵਾਨ ਦੀ ਬੀਵੀ ਬਹਿਣ ਦੇ ਕਾਬਲ ਦੀ ਨਹੀਂ। ਖੁਦਾ ਦੀ ਕਸਮ ਦੀ ਮੈਂ ਸ਼ਕਲ ਤੱਕ ਨਾ ਮੈਨੂੰ ਕਰੀ ਨਾ ਉਲਟੀਆਂ, ਇਹ ਸਾਰੀ ਤਹਰੀਰ ਹੋ ਜਾਏਗੀ ਸਾਡੇ ਉੱਤੇ ਹੀ। ਇਹਨਾਂ ਨੂੰ ਕੋਈ ਔਰਤ ਪੱਬਲ ਤੇ ਔਰਤ ਦੀ ਜਿਹੜੀ ਹੁਕਮਰਾਨੀ, ਉਹ ਮੈਂ ਗੱਲ ਨਹੀਂ, ਗੱਲ ਦੂਜੇ ਪਾਸੇ ਟੁੱਟ ਜਾਂਦੀ ਜਿਹੜੀ ਮੌਲਵੀ ਕਰਦੇ ਨੇ, ਉਹ ਛੱਡ ਦਿਓ। ਚਲੋ ਜ਼ਨਾਨੀ ਬਣਾਣੀ ਪਾਕਿਸਤਾਨ ਔਰਤਾਂ ਇਸ ਵਾਸਤੇ ਕਿ ਔਰਤਾਂ ਬੜੀਆਂ ਬੜੀ ਜਿਹੜੀਆਂ ਨਾ ਉਹ ਕਾਬਲ ਵੀ ਹੋਈਆਂ ਨੇ। ਨਹੀਂ, ਪਰ ਮੁਗਲੀਆ, ਮੇਰੀ ਗੱਲ ਸੁਣੋ, ਮੁਗਲੀਆ ਖਾਨਦਾਨ ਦੀਆਂ ਮਿਸਾਲਾਂ ਤੁਹਾਡੇ ਸਾਹਮਣੇ ਨੇ ਕਿ ਉਹ ਕਿਸੇ ਕਨੀਜ਼ ਕੋਲੋਂ ਖੁਸ਼ ਹੁੰਦੇ ਸੀ ਤੇ ਉਹਨੂੰ ਵਜ਼ੀਰ ਸ਼ਜ਼ੀਰ ਬਣਾ ਦਿੰਦੇ ਸੀ। ਤੁਸੀਂ ਕਿਉਂ ਇਸ ਚੀਜ਼ ਨੂੰ ਦਿਲ ਤੇ ਲੈ ਕੇ ਬੈਠੇ? ਇਹ ਦੱਸੋ ਮੈਨੂੰ ਕਿ ਆਉਣ ਵਾਲੇ ਦਿਨਾਂ 'ਚ ਪਾਕਿਸਤਾਨ ਦੇ ਕੀ ਹਾਲਾਤ ਦੇਖ ਰਹੇ ਜੇ ਕਿ 2030 ਤੱਕ ਵਾਕਈ ਜਿਸ ਤਰ੍ਹਾਂ ਖਬਰਾਂ ਚੱਲ ਰਹੀਆਂ ਨੇ ਕਿ ਪਾਕਿਸਤਾਨ ਦੇ ਕੋਈ ਐਸੇ ਟੁਕੜੇ ਹੋ ਜਾਣਗੇ। ਲੋਕ ਕਹਿੰਦੇ ਜੀ ਪਾਕਿਸਤਾਨ ਬੜੀਆਂ ਦੁਆਵਾਂ ਨਾਲ ਬਣਿਆ, ਇਹਨੂੰ ਕੁਛ ਨਹੀਂ ਹੋ ਸਕਦਾ। ਫਿਰ ਬੰਗਲਾਦੇਸ਼ ਕਿਉਂ ਲੈਦਾ ਹੋ ਗਿਆ ਸੀ? ਲੋਕ ਖਾਬਾਂ ਖਾਲੀ ਵੇਖਦੇ ਨੇ, ਖਾਬ ਨਹੀਂ ਵੇਖੀ ਤੇ ਅਮਲੀ ਕੰਮ ਵੇਖੀ ਦੇ। ਜਿਵੇਂ ਸਾਹਿਬ ਵਰਦੇ ਆ, ਪਹਿਲਾਂ ਤਾਂ ਮੈਂ ਛਾਟ ਗੱਲ ਕਰਨਾ ਜਿਹੜੀ ਮੈਂ ਹਮੇਸ਼ਾ ਹੀ ਕਰਨਾ, ਮੇਰਾ ਈਮਾਨ ਹੈ ਔਰ ਹਰ ਮੁਸਲਮਾਨ ਦਾ ਇਹ ਈਮਾਨ ਹੈ। ਉਹ ਹੁੰਦਾ ਉਹੀ ਹੈ ਜੋ ਮਰਜ਼ੀ ਹਰਾਮੀ ਪਹਿਲੇ ਪੈ ਸੋਚਣ, ਹੁੰਦਾ ਹੀ ਹੈ ਜੋ ਰੱਬ ਨੂੰ ਮਨਜ਼ੂਰ ਹੁੰਦਾ। ਪਹਿਲੀ ਗੱਲ ਇਹ ਮੁੱਕੀ, ਫਾਈਨਲ ਰੱਬ ਕੋਲ ਹੈ। ਮੈਂ ਕਹਿੰਦਾ ਬੰਦੀ ਬੜੇ ਬੜੇ ਮਨਸੂਬੇ ਸੋਚਦੇ ਆਏ ਨੇ। ਇਹ ਤੱਕਨੇ ਅਸੀਂ ਸ਼ਦਾਦ, ਨਮਰੂਦ, ਬੜੇ ਬੜੇ ਦਜਾਲ, ਬੜੇ ਬੜੇ ਬਹਾਦਰ ਜਵਾਨ, ਅੱਜ ਨਾਮੋ ਨਿਸ਼ਾਨ ਨਹੀਂ ਪੁਰਾਣੇ ਖੰਡਰਾਜ ਤੋਂ। ਉਹ ਤਾਂ ਦੂਜਿਆਂ ਦਾ ਉਹ ਨਾਮੋ ਨਿਸ਼ਾਨ ਨਹੀਂ, ਪਰ ਉਹ ਜਿਨ੍ਹਾਂ ਦਾ ਦੇ ਉੱਤੇ ਜ਼ੁਲਮ ਕਰਕੇ ਗਏ, ਉਹਨਾਂ ਦੇ ਉੱਤੇ ਜਿਸ ਤਰ੍ਹਾਂ ਦਾ ਜ਼ੁਲਮ ਹੋਇਆ ਉਹ ਵੀ ਤਾਂ ਨਹੀਂ ਅੱਜ ਤੱਕ ਅਸੀਂ ਭੁੱਲ ਸਕੇ ਨਾ। ਇਹ ਨਹੀਂ ਗੱਲ ਹੈ ਵਾ ਕਿ ਨਾਮੋ ਨਿਸ਼ਾਨ ਤੇ ਬਾਅਦ ਦੀ ਗੱਲ ਹੈ, ਉਹ ਮਰ ਗਏ, ਖਤਮ ਹੋ ਗਏ। ਨਹੀਂ ਵੀ ਅੱਜ ਕੱਲ੍ਹ ਦੇ ਹਾਲਾਤ ਦੇ ਵਿੱਚ ਪੁਰਾਣੀਆਂ ਮਿਸਾਲਾਂ ਦੇ ਕੇ ਅਸੀਂ ਆਪਣੇ ਆਪ ਨੂੰ ਹੌਸਲਾ ਦਿੰਦੇ ਰਹਿੰਦੇ। ਨਹੀਂ, ਮੈਂ ਜੇ ਤੁਸੀਂ ਗੱਲ ਸੁਣਦੇ ਵੀ ਪੂਰੀ ਮੈਨੂੰ ਕਰ ਰਹੇ ਦੇਖੋ, ਗੱਲ ਸ਼ੁਰੂ ਕਰੀਏ। ਉਹਦਾ ਦੂਜਾ ਪਾਸੇ, ਦੋ ਪਾਸੇ ਹੁੰਦੇ ਨੇ, ਸ਼ਿਕਵਾ ਜਵਾਬੀ ਸ਼ਿਕਵਾ। ਤੁਸੀਂ ਰਾਹ 'ਚ ਮੈਨੂੰ ਰੋਕ ਸਕਦੇ ਹੋ।
मैं याद करना पिया वो होना तो ही जो मेरे खुदा ਨੂੰ ਮਨਜ਼ੂਰ ਹੈ। ਜਿਹੜੇ ਹਰਾਮੀ ਪਿੱਲੇ ਦੁਨੀਆ ਦੇ ਆਏ ਨੇ ਬੜੇ ਬੜੇ ਜ਼ਾਲਮ ਕੋ ਤੇ ਟੁਰ ਗਏ, ਸੋਚਦੇ ਹੀ ਟੁਰ ਗਏ। ਗੱਲ ਹੋਣਾ ਪਾਕਿਸਤਾਨ ਦੀ ਇਸ ਵੇਲੇ, ਜਿਹੜੇ ਇਸ ਵੇਲੇ ਪਾਕਿਸਤਾਨ ਦੇ ਹਰ ਅਦਾਲਤ ਦੇ ਬੰਦੇ ਬੈਠੇ ਨੇ, ਅਗਰ ਇਹ ਹੀ ਰਹੇ ਨਾ ਹੋਰ 1 ਸਾਲ ਵੀ ਤੁਸੀਂ 30 ਜਾ ਦਿਓ ਤਾਂ ਮੈਂ ਨਾ 26 ਚ ਪਾਕਿਸਤਾਨ ਖਤਮ ਜੇ ਪੈਦਾ ਕਰਨ ਵਾਲੀ ਦੀ ਕਸਮ ਹੈ। ਅਗਰ ਇਹ ਹੀ ਰਹੇ ਤੇ ਇਹਦਾ ਪਰਸੋਂ ਜਹਾਜ਼ ਲੈ ਕੇ ਗਈ ਸੁਵਿਟਜ਼ਰਲੈਂਡ, ਇਹਨੂੰ ਸਾਈਕਲ ਤੇ ਬਹਿਣ ਵਾਲੀ ਔਰਤ ਨਹੀਂ ਕਿ ਜਾਂ ਤਾਂ ਡਾਲਾਂ ਨਾਲ ਭਰ ਕੇ ਨਹੀਂ ਗਿਆ। ਇਤਨੇ ਮਨਸੂਬੇ ਬਣਾਉਂਦੀ ਹੈ ਪਈ, ਜੇ ਇੱਕ ਮਨਸੂਬੇ ਦੇ ਆਪਾਂ ਕਮਾਂਡ ਦਈਏ ਇੱਕ ਆਨਾ ਨਹੀਂ ਲੱਗਦਾ ਪਾਕਿਸਤਾਨ ਚ ਪਿਆ ਕਿਹੜਾ ਅਦਾਲਤ। ਅੱਛਾ ਫਿਰ ਫੌਜ ਦਾ ਕੀ ਕੰਮ ਹੈ ਜੀ? ਇਸ ਵੇਲੇ ਆ ਜੀ ਫੌਜ ਤੇ ਗੈਰ ਜਾਨਬਦਾਰ ਹੈ, ਇਹ ਜਾਨਬਦਾਰ ਹੈ ਫੌਜ ਸਾਡੀ। ਇਹਨਾਂ ਦਾ ਹਰ ਜਗ੍ਹਾ ਤੇ ਇਹਨਾਂ ਦਾ ਕਬਜ਼ਾ ਹੈ, ਮਿਲਾਂ ਤੇ ਕਬਜ਼ਾ, ਅਵਾਮਾਂ ਦੇ ਕਬਜ਼ਾ, ਫਜ਼ਾਮਾਂ ਦੇ ਕਬਜ਼ਾ, ਖਜ਼ਾਨਿਆਂ ਦੇ ਕਬਜ਼ਾ, ਆਰਮੀ ਦੇ ਕਬਜ਼ਾ, ਗਰੀਬਾਂ ਦੇ ਪੁੱਤਰ ਲੜਦੇ ਨੇ ਸਿਪਾਹੀ ਤੋਂ ਲੈ ਕੇ ਦੇ ਲੈਫਟੈਨੈਂਟ ਤੱਕ। ਇਹਦੇ ਦੂਜੇ ਨੇ, ਇਹਨਾਂ ਨੇ ਇੱਕ ਟੋਪੀ ਡਰਾਮਾ ਲੱਗੇ ਆ ਖਾਲੀ ਇਹ ਆਖਦੇ ਨੇ ਜੀ ਕਾਸਮਾ ਮੁਨਾਫਿਕਾਂ ਦੇ ਨਾਲ 9-10 ਜਨਰਲ ਨੇ, ਇਹ ਸਾਰੇ ਜਿਹੜੇ ਨੇ ਇਹ ਗੈਰ ਮੁਸਲਮਾਨ ਨੇ, ਇਹਨਾਂ ਕਬਜ਼ਾ ਕੀਤੇ ਬਰਾਏ ਨਾਮ ਮੁਸਲਮਾਨ। ਫਰਜ਼ ਕਰ ਲਓ 10 ਸਹੀ ਨੇ, ਜਿਹੜੇ ਥੱਲੇ 190-200 ਜਨਰਲ ਹੈ ਉਹ ਹਲਾਲ ਦੇ ਹੈ ਨੇ, ਉਹ ਕਿਉਂ ਨਹੀਂ ਇਹਨੂੰ ਢਾ ਸਕਦੇ? 1 ਮਿੰਟ ਲੱਗਦਾ ਕਿਉਂ? ਉਹਨਾਂ ਪਲਾਟ ਲੈਣੇ ਨੇ, ਉਹਨਾਂ ਜ਼ਮੀਨਾਂ ਲਈਆਂ ਨੇ, ਉਹਨਾਂ ਮੁਰੱਬਿਆਂ ਨੇ ਕਬਜ਼ਾ ਕੀਤੇ ਹੈ, ਉਹਨਾਂ ਬਾਹਰ ਆ ਕੇ ਆਸਟ੍ਰੇਲੀਆ ਚ ਕੈਨੇਡਾ ਚ ਆਪਣੀ ਜਾਇਦਾਦਾਂ ਬਣਾਈਆਂ ਨੇ, ਉਹਨਾਂ ਦੇ ਬੱਚੇ ਬਾਹਰ ਪੜ੍ਹਦੇ ਨੇ, ਉਹ ਹਰਾਮੀ ਨਾਲ ਰਹੇ ਨੇ। ਲੇਕਿਨ ਇਹ 10 ਦੇ ਨਾਲ ਕੀ ਕਰਦੇ ਨੇ? 6 ਲੱਖ ਫੌਜ ਹੈ ਪਾਕਿਸਤਾਨ ਦੀ, ਜਿਹੜਾ ਉੱਥੇ GSP ਬੈਠੇ ਨੇ ਸਾਰੇ, ਉਹ ਸਾਰੇ ਕੀ ਜਾਣਦੇ ਹੋਏ ਐਵੇਂ ਹੀ ਬੈਠੇ ਨੇ, ਇਹਦਾ ਆਰਡਰ ਮੰਨਦੇ ਨੇ। ਫਿਰ ਇਹਦੀ ਸ਼ਕਲ ਤੱਕ ਕੀ ਕਲੀਨ ਉਲਟੀਆਂ, ਨਾ ਇਹਦੇ ਬਾਪ ਦਾ ਪਤਾ ਹੈ, ਨਾ ਇਹਦੇ ਨਸਲ ਦਾ ਪਤਾ ਹੈ, ਨਾ ਇਹਦੀ ਤਾਲੀਮ ਦਾ ਪਤਾ ਹੈ, ਨਾ ਕੋਈ ਪੜ੍ਹਿਆ ਲਿਖਿਆ ਬੰਦਾ, ਜਾਹਿਰ ਬੰਦੇ ਦੀ ਸ਼ਕਲ ਤੱਕ ਉਲਟੀਆਂ ਆਉਂਦੀ। ਅੱਛਾ ਫਿਰ ਕੌਣ ਤੱਕੋ ਨਾਲ ਨਿਕਾਲ ਆਇਆ ਮੋਹਸਨ ਨਕਵੀ, ਉਹਦੀ ਫੋਟੋ ਤੱਕ ਉਹਦੀ ਜਦੋਂ ਇਸਲਾਮਾਬਾਦ ਕੇ ਟੁਰਦੇ ਆ ਨਾ ਪਿਆ, ਮੈਂ 2 ਬੰਦੇ ਤੱਕੇ ਜੇ ਪਾਕਿਸਤਾਨ ਇੰਟਰਨੈਸ਼ਨਲੀ ਜਿਹੜੇ, ਇੱਕ ਮੋਹਸਨ ਨਕਵੀ, ਇੱਕ ਬਿਲਾਵਲ, ਇੱਕ ਇਹ ਜੋੜਾ ਜੇ, ਤੇ ਇੱਕ ਜਿਹੜਾ ਸ਼ਬਾਜ਼ ਸ਼ਰੀਫ, ਤੇ ਇੱਕ ਜਿਹੜਾ ਇਹ ਮੁਨਾਫਿਕ ਹੈ ਆਸਮਾ, ਉਹਦਾ ਖੱਬੇ ਪਾਸੇ ਮੂੰਹ ਬੰਦ ਹੈ ਜਾਂ ਸੱਜੇ ਪਾਸੇ ਮੂੰਹ ਬੰਦ ਹੈ। ਇਹ 2 ਤੇ 2 4 ਜੋੜੇ ਦੇ ਇਕੱਠੇ ਹਸਪਤਾਲ ਪੈਦਾ ਹੋਏ ਨੇ, ਅੱਗੂ ਦਾਈਆਂ ਨੇ ਹੈਗਾ ਪਿਛਾ ਕਰ ਲੈਣਾ, ਫਿਰ ਕਰ ਸੜੀਏ ਇੱਕ ਉਸ ਖਾਰ। ਮੈਂ ਇਹ ਕਰਨਾ ਪਿਆ ਤੁਸੀਂ 3 ਦੀ ਗੱਲ ਕਰਦੇ ਹੋ, ਕੋਈ ਜ਼ੁਲਮ ਨਹੀਂ ਜਿਹੜਾ ਇਹਨਾਂ ਨਾਲ ਜ਼ੁਲਮ ਕੀਤਾ ਇਸਲਾਮਾਬਾਦ ਜੀਤ ਜਾਊਗੀ। ਜਿਵੇਂ ਸਭ ਦੁਨੀਆ ਦੇ ਅੱਜ ਤੱਕ ਸੱਚੇ ਕਿਸੇ ਮੁਲਕ 'ਚ ਹੋਇਆ ਕਦੇ, ਉਹ ਰਾਜਾ ਡਾਇਰ ਦਾ ਸੀ ਪੜ੍ਹਿਆ ਟੱਕਿਆ ਨਹੀਂ। ਇਹ ਮੈਂ ਆਪਣੀਆਂ ਅੱਖਾਂ ਤੱਕ ਬੱਤੀਆਂ ਬੁਝਦੀਆਂ, ਗੋਲੀਆਂ ਚੱਲਦੀਆਂ, ਮੈਂ ਫਿਰ ਜਾਗਦਿਆ ਪਿਆ ਪੱਤ ਕੇ ਮੈਂ ਤਲਿਆ ਦਿਨ ਨਹੀਂ ਬੋਲਿਆ ਮੈਂ ਬਿਮਾਰ ਹਾਂ, ਮੇਰੇ ਕੋਲ ਬੋਲਣ ਨਹੀਂ, ਮੇਰੀ ਸਿਹਤ ਖਰਾਬ ਹੋ ਜਾਂਦੀ। ਉਹ ਰਾਜਾ ਡਾਇਰ ਦੀ ਕਹਾਣੀ ਅਸਾਂ ਸੁਣੀ ਹੈ, ਇਹ ਜ਼ੁਲਮ ਮੈਂ ਆਪਣੀਆਂ ਅੱਖਾਂ ਨਾਲ ਤੱਕਿਆ ਤੇ ਆਪੇ ਮੇਰੇ ਕੰਨਾਂ ਨਾਲ ਸੁਣਿਆ। ਇਹ ਜਿਆਦਾ ਨਾ 12-14 ਬੰਦੇ ਪੈਦਾ ਕਰਨ ਵਾਲੀ ਕਸਮ, ਸਹੀ ਇਨਕੁਆਇਰੀ ਹੋਵੇ, ਇੰਟਰਨੈਸ਼ਨਲ ਇਨਕੁਆਇਰੀ ਹੋਵੇ, ਅਦਾਲਤਾਂ ਆਜ਼ਾਦ ਹੋਣ, 400 ਤੋਂ ਉੱਤੇ ਫਾਲਤੂ ਬੰਦਾ ਨਾ ਨਿਕਲਿਆ ਮੇਰੇ ਗਲੇ ਕੱਪੜਾ ਪਾ ਲਿਆ। ਇਹਨਾਂ ਜ਼ੁਲਮ ਦੀ ਇੰਤਹਾ ਕੀਤੀ ਹੈ, ਇਹਨਾਂ ਕਿਹਾ ਇਹਨਾਂ ਕੀ ਜ਼ੁਲਮ ਕਰੋ ਤੇ ਦੁਨੀਆ ਡਰ ਜਾਏ, ਪਰ ਦੁਨੀਆ ਡਰਦੀ ਨਹੀਂ। ਦੁਨੀਆ ਬਗੈਰਤ ਹੈ, ਬੇਜ਼ਮੀਰੇ ਲੋਕ ਹੈ ਨੇ ਜਿਹੜੇ ਪੈਸੇ ਮਗਰ ਪਏ ਨੇ। ਇੱਥੇ ਯੂਰਪ ਆਉਂਦੇ ਨੇ, ਹੱਦ ਟੱਪਦੇ ਨੇ, ਮੈਂ ਰੋਜ਼ ਤੱਕਣਾ ਕੋਠੀਆਂ 10-20 ਲੱਖ ਕਮਾਈ ਸ਼ੁਰੂ ਕੀਤੀ ਹੈ, ਬਦਮਾਸ਼ੀ ਪ੍ਰਮੋਟ ਤੇ ਕਰਦੇ ਨੇ। ਕੋਈ ਰਾਜ ਤੋਂ ਲੱਗ ਕੇ ਰਵਾਜ ਤੱਕ ਯਕੀਨ ਕਰੋ ਰਜ਼ਲਾ ਗੱਲ ਖਾਲੀਆਂ ਆਇਆ ਨਾ, ਮੈਂ ਯਾਦਾਂ ਪੱਥਰਾਂ ਦੀ ਬਾਰਿਸ਼ ਕਰ ਦਿੰਦੇ ਲੋਕ ਨੇ। ਇਹ ਬਾਹਰ ਇਹਨਾਂ ਨੂੰ ਇੱਕ ਬੰਦਾ ਨਹੀਂ ਬਾਹਰ ਨਿਕਲਿਆ, ਕੋਈ ਉਹਨੂੰ ਲਾ ਕੇ ਰਵਾਜ ਤੱਕ ਸਵਾਏ ਪਠਾਣਾ ਤੂੰ ਗੈਰਤਮੰਦ ਕੌਮ, ਮੈਂ ਸਲਾਮ ਕਰਨਾ ਉਹਨਾਂ ਨੂੰ। ਬਲੋਚਿਸਤਾਨ KP ਬਾਹਰ ਨਿਕਲਿਆ, ਇਹ ਜਾਣਦੇ ਰਵਾਜ ਤੋਂ ਲਾ ਕੇ ਕੋਈ ਦੁਨੀਆ ਵਾਂਗ ਵੀਡੀਓ ਦੇ ਬੰਦੇ ਬਾਹਰ ਨਿਕਲਦੇ, ਇੱਥੇ ਰਹਿ ਸਕਦੇ ਕੋਈ ਆਰਾਮ ਦਾ ਪਾਕਿਸਤਾਨ ਕੀ ਕੋਈ? ਇਹ ਪੈਸੇ ਮਗਰ ਲੱਗੇ, ਇਹਨਾਂ ਦੇ ਮੁੰਡੇ ਬਾਹਰ ਆਏ ਨੇ, ਜਿੱਥੇ ਆਦੇ ਨੇ ਦੌਲਤ ਦੀ ਫਰਵਾਨੀ ਹੋ ਜਾਂਦੀ ਹੈ ਨਾ, ਉੱਥੇ ਅਯਾਸ਼ੀ ਹੋ ਜਾਂਦੀ ਹੈ। ਇੱਥੇ ਇੱਕ ਮੇਰੇ ਇਲਾਕੇ ਦਾ ਬੰਦਾ ਉਹ ਗਿਆ, ਨਾਮ ਨਾ ਲਿਓ, ਇੱਕ ਬੰਦਾ ਜੀ ਨਾਮ ਸ਼ਾਮ ਨਾ ਕਿਸੇ ਦਾ ਲਿਓ, ਨਹੀਂ ਨਾ ਨਹੀਂ ਮੈਂ ਲੈਂਦਾ, ਬੁੱਲਾ ਉਹਦਾ ਨਾਮ ਹੀ ਐਵੇਂ ਖਾਮ ਨਾ ਕਿ ਬੜਾ ਸਖੀ ਬੰਦਾ, ਨੇਕ ਬੰਦਾ, ਪਿਓ ਦਾਦਾ ਉਹਨਾਂ ਅਰਬਾਂ ਰੁਪਈਆ ਵੰਡਿਆ, ਹੁਣ ਵੀ ਉੱਥੇ ਲੰਗਰ ਖਾਨੇ ਖੋਲੇ ਨੇ। ਇੱਥੇ ਯੂਰਪ ਦੇ ਲੋਕਾਂ ਦੀ ਖਿਦਮਤ ਕਰਦਾ, ਪਾਕਿਸਤਾਨ ਦੀਆਂ ਲੋਕਾਂ ਦੀ ਖਿਦਮਤ ਕਰਦਾ, ਅਰਬਾਂ ਖਰਬਪਤੀ ਬੰਦਾ, ਉਹਦਾ ਦਾਦਾ ਵੀ ਅਰਬਪਤੀ ਹੈ, ਉਹਦਾ ਪਿਓ ਵੀ ਅਰਬਪਤੀ ਹੈ, ਹਾਲਾਂਕਿ ਉਹਨਾਂ ਦਾ ਬਿਜ਼ਨਸ ਸਾਈਕਲ ਤੇ ਹੀ ਹੈ, ਲੇਕਿਨ ਆਹ ਅਰਬਪਤੀ ਜਿਸ ਤਰ੍ਹਾਂ ਨਵਾਜ਼ ਸ਼ਰੀਫ ਨੇ, ਇਹ ਉਹ ਹੀ ਖਾਨਦਾਨ ਆਇਆ। ਲੇਕਿਨ ਇਹ ਫਿਰ ਉਹ ਸਖਾਵਤ ਕਰਦੇ ਬੜੇ ਬੰਦੇ ਨੇ ਜਿਹੜੇ ਖਿਦਮਤ ਕੌਮ ਦੀ ਕਰਦੇ ਨੇ, ਲੇਕਿਨ ਉਹ ਵੀ ਹੈ ਨੇ ਜਿਹੜੇ ਅੱਛਾ ਕਿ ਆਹ ਨਜਾਇਜ਼ ਤਰੀਕੇ ਨਾਲ ਦੌਲਤ ਇਕੱਠੀ ਕਰਦੇ ਨੇ, ਹਰਾਮ ਇਕੱਠਾ ਕਰਦੇ ਨੇ। ਪਾਕਿਸਤਾਨ ਜਾਂਦੇ ਕਾਸ਼ ਦੇ ਸੂਟ ਪਾ ਕੇ ਫਿਰਦੇ ਨੇ, ਗੱਡੀਆਂ ਦੇ ਫਿਰਦੇ, ਤੇ ਫਿਰ ਮੈਨੂੰ ਆਖਦੇ ਨੇ ਤੈਨੂੰ ਇਹ ਫੋਟੋ ਨਾ ਦੱਸੀ, ਇਹ ਕੋਠੀ ਪਵਾਈ। ਮੈਂ ਕਿਹਾ ਯਾਰ ਮੈਨੂੰ ਨਾ ਦੱਸ, ਜਾਣਾ ਮੈਨੂੰ ਤਾਂ ਕਬਰ ਦੇ ਬਾਰੇ ਸੋਚਣ ਦਿਓ, ਉਹਦਾ ਉਹ ਬੜੀ ਔਖੀ ਮੰਨਦਾ, ਲੇਕਿਨ ਰਹਿਣਾ ਇੱਥੇ ਕਿਸੇ ਨਹੀਂ। ਇਹ ਮੈਂ ਤੇ ਆਪਣੀ ਅੱਖੀ ਆਪਣੇ ਮਾਂ ਦੁਨੀਆ ਦਾ ਸਿਸਟਮ ਤੇ ਬਣਿਆ ਦਾ ਨਾ, ਕੋਠੀਆਂ ਕਾਰਾਂ ਦਾ ਦੁਨੀਆ ਦੇ ਨਾਲ ਹੀ ਹੈ ਨਾ, ਦੁਨੀਆਦਾਰੀ ਦੇ ਨਾਲ ਹੀ ਹੈ ਨਾ ਸਾਰੇ। ਪਰ ਮੈਂ ਕਰਨਾ ਪਿਆ ਤੁਸੀਂ ਇੱਕ ਮੈਨੂੰ ਦੱਸੋ
ਅੱਲਾ ਦੇ ਨੇਕ ਬੰਦੇ ਨੇ ਕਦੇ ਕੋਠੀ ਬਣਾਈ ਉਹ ਨੇਕ ਬੰਦੇ, ਉਹ ਅੱਲਾ ਦੇ ਬੰਦੇ ਜਦੋਂ ਫਕੀਰੀ ਚ ਗੈਰਤ ਪੈਦਾ ਹੋਈ ਹੈ, ਫਕੀਰੀ ਚ ਈਮਾਨ ਪੈਦਾ ਹੋਇਆ, ਫਕੀਰੀ ਚ ਜਹਾਦ ਕਰਨ ਵਾਲੇ ਪੈਦਾ ਹੋਏ ਨੇ। ਜਿਹੜੀ ਪੈਸੇ ਦੀ ਯਾਸ਼ੀ ਹੈ ਉਹਦੇ ਚ ਹਰਾਮੀ ਪੈਦਾ ਹੋਏ। ਯਾਦ ਰੱਖੋ ਮੇਰੀ ਗੱਲ, ਤਾਰੀਖ ਤੱਕ ਲਓ। ਜਿੱਥੇ ਦੌਲਤ ਹੋਵੇ ਦੀ ਕੋਠੀਆਂ ਦੀ ਮਾਲਮ ਦੇ ਗੰਦ ਹੀ ਹੋਵੇ ਬੱਚੇ ਆ। ਜਦੋਂ ਅੱਛਾ ਬੰਦਾ ਪੈਦਾ ਹੈ ਉਹ ਫਕੀਰੀ ਚ ਪੈਦਾ ਹੋਇਆ, ਦਰਵੇਸ਼ੀ ਚ। ਰੋਟੀ 2 ਟਾਈਮ ਖਾਣੀ ਜਾਵੇ, ਸਭ ਕਿਹੜੀ ਗੱਲਾਂ ਗੱਲਾਂ ਲੰਮੀ ਹੋ ਜਾਂਦੀ ਪ੍ਰੋਗਰਾਮ ਦੀ। ਮੈਂ ਯਾਦ ਕਰਨਾ ਪਿਆ ਜੇ ਕੌਮ ਦੇ ਮੁਕੱਦਰ ਚੰਗੇ ਨੇ ਤੇ ਫਿਰ ਤੇ ਕੌਮ ਬਾਹਰ ਨਿਕਲੇਗੀ। ਜਿਹੜਾ ਇਮਰਾਨ ਖਾਨ ਕਿਹਾ ਨਾ ਫਿਰ ਤੇ ਬਾਈਕਾਟ ਕਰਨਗੇ 13 ਨੂੰ, ਪੂਰਾ ਮੁਲਕ ਜਾਮ ਕਰਨ, ਕੁਝ ਵੀ ਹੋ ਜਾਏ ਜੇ ਨਾ ਮੁਲਕ ਬਚਾਉਣਾ। ਨਹੀਂ ਤੇ ਮੇਰੀ ਮੈਂ ਗਰੀਬ ਜਿਹਾ ਬੰਦਾ ਜੇ ਫਕੀਰ ਜਿਹਾ ਜਵੇਦ ਸਾਹਿਬ, ਮੈਂ ਨੇਕ ਮਾਂ ਦੁੱਧ ਪੀਤੇ ਔਰ ਮੇਰੇ ਕੋਲ ਕੋਈ ਅਮਲ ਨਹੀਂ। ਮੇਰਾ ਮਾਂ ਬਾਪ ਬੜਾ ਨੇਕ ਹੈ। ਮੇਰੇ ਪਿਓ ਨੂੰ ਮੈਂ ਸਾਰੀ ਜ਼ਿੰਦਗੀ ਟੋਕੇ ਦੇ ਟੋਕਾ ਉਸਨੇ ਹੁੰਦੇ ਆ, ਮਸ਼ੀਨਾਂ ਕੋਈ ਨਹੀਂ ਹੁੰਦੀਆਂ। ਮੁੰਡੀ ਦੇ ਬਾਜਰਾ ਕੁੱਤਰਦਾ ਤੇ ਯਕੀਨ ਕਰੋ ਲੁੰਗ ਲਾ ਕੇ ਦਰਖਤਾਂ ਤੋਂ ਜਾਂ ਹਲਵਾਨਾਂ ਦੀ ਜਾਂ 5 ਵਕਤ ਦੀ ਨਮਾਜ਼ ਪੜ੍ਹਨੀ। ਬਾਹਰ ਮੇਰੇ ਨੂੰ ਮੈਂ ਸਾਰੀ ਜ਼ਿੰਦਗੀ ਇਹ ਕੰਮ ਕਰਦਿਆਂ ਵੇਖਿਆ। ਜਾਂ ਬਾਹਰ ਜ਼ਮੀਨ 'ਚ ਲੱਗੇ ਨੇ ਤੇ ਮਾਂ ਨੂੰ 5 ਵਕਤ ਦੀ ਨਮਾਜ਼ ਪੜ੍ਹਦੇ ਤੇ ਘਰ ਦਾ ਕੰਮ ਕਰਦੇ ਆ ਤੇ ਸਿਰ ਤੱਕ ਬੰਨੀ। ਉਹਨਾਂ ਦਾ ਮੈਂ ਜਨਾਬ ਲਈ ਹੱਥਾਂ ਦੀ ਉਹਨਾਂ ਦੀ ਕਮਾਈ ਖਾਧੀ ਹੈ ਤੇ ਆਪਣੀ ਮਾਂ ਤੋਂ ਕੀਤਾ। ਮੈਨੂੰ ਤੇ ਇਹ ਪਤਾ ਮੈਂ ਤੇ ਰੱਬ ਕੋਲ ਬੜਾ ਡਰਦਾ ਜੇ ਆਪਣੇ ਮੁਲਕ ਨਾਲ ਮੈਨੂੰ ਬੜੀ ਮੁਹੱਬਤ ਦੀ ਹੈ। ਮੈਂ ਕੱਲ ਕੋਈ ਨਹੀਂ ਸਕਦਾ ਜਿੰਨੀ ਜਗ੍ਹਾ ਮੈਂ ਆਵਾਂ ਕਰਨਾ। ਯਾ ਬਾਰੀ ਤਾਲਾ ਗੱਲ ਸੁਣੋ, ਮੁਹੱਬਤ ਸੀ ਤੇ ਉੱਥੇ ਹੀ ਰਹਿਣਾ ਸੀ। ਤੁਸੀਂ ਤੇ ਇਟਲੀ ਰਹਿਣ ਦੇ 30 ਸਾਲ ਤੋਂ। ਜਿਵੇਂ ਸਾਹਿਬ ਮੈਂ ਨਹੀਂ ਆਇਆ ਲਾ ਇਲਾਹਾ ਇਲੱਲਾਹ ਮੁਹੰਮਦ ਰਸੂਲੁल्लाह ਪੁੱਛ ਸਕਦੇ ਹੋ। ਮੇਰਾ ਪਿੰਡ ਦੇ ਬੰਦੇ ਪੂਰਾ ਪਾਕਿਸਤਾਨ ਮੇਰਾ 20 ਲੱਖ ਸੁਣਦਾ ਪਿਆ। ਜਿਸ ਵੇਲੇ ਸਾਡੇ ਪਿੰਡ ਦੇ ਬੰਦੇ 500 ਚ ਨੇਕ ਆਲਮ ਖਾਰੀ ਇੱਕ ਹੋਇਆ ਚੌਧਰੀ ਮੇਰੀ ਬਾਜ਼ਰੀ ਦਾ ਲੱਗਦਿਆ ਮੇਰਾ। ਇਹਨੇ ਸਭ ਤੋਂ ਪਹਿਲਾਂ ਯੂਰਪ ਆਉਣ ਦਾ ਰਾਹ ਖੋਲਿਆ। ਨੇਕ ਆਲਮ ਮਾਰਕੀ ਖਾਰੀ ਸ਼ਾਇਦ ਉਹਦੇ ਮੁੰਡੇ ਜੂਏ ਖੇਡਿਆ ਬਦਲ ਸੀਬ ਹੈ ਪਤਾ ਨਹੀਂ ਆਪੂ ਹੈ ਮਰ ਗਿਆ ਸਖਾਰਨਾ ਹੈ ਜਰਮਨੀ। ਤੁਹਾਨੂੰ ਕਿਹਾ ਸੀ ਨਾਮ ਨਾ ਲਿਓ ਨਾ। ਜਦੋਂ ਕੁਦਰਤੀ ਕੋਈ ਗੱਲ ਨਹੀਂ। ਮੇਰਾ ਭਰਾ ਜੇ ਨਿਕਲ ਗਿਆ ਮੂੰਹ ਨਾਲ ਤੇ ਹੁਣ ਤਾਂ ਪਤਾ ਫੌਤ ਹੋ ਗਿਆ। ਉਹਨੇ ਤਬਾਹੀ ਕੀਤੀ ਅਰਬਾਂ ਦੀ ਮਾਰਕੀਟ ਤੇ ਜੂਏ ਚੱਲ ਗਿਆ। ਉਸ ਬੰਦੇ 500 ਚ ਡਨਮਾਰਕ ਨਾ ਰਵੇ ਪਹਿਲਾਂ ਬੰਦੇ ਭੇਜੇ ਨੇ। ਮਨੂ ਨੇ ਆਖਿਆ ਮੇਰੇ ਵਾਲ ਸਾਹਿਬ ਨੇ ਆਖਿਆ ਲਾਲਾ ਤੂੰ ਮੈਂ ਨਹੀਂ ਆਉਂਦਾ। ਮੈਂ ਇੱਥੇ ਰੋਜ਼ੀ ਕਮਾਨਾ। ਮੈਂ ਗੱਡੀ ਵਾਲੇ ਪਹਿਲਾਂ ਮੈਂ ਕੋਈ 2-4 ਸਾਲ ਵੈਗਨ ਵਾਹੀ ਲਾਓ ਸੀ। ਅੱਜ ਜਿਹੜੇ ਨਵਾਜ਼ ਸ਼ਰੀਫ ਲੋਕਾਂ ਦੇ ਸਾਈਕਲ ਲਾ ਕੇ ਫਿਰਦਾ ਹੁੰਦੇ ਆ ਇਹਦੀ ਕੁੱਤੇ ਜਿੰਨੀ ਵੈਲਿਊ ਨਹੀਂ ਹੁੰਦੀ। ਉਸ ਵੇਲੇ ਮੈਂ ਲਾਹੌਰ ਚ ਵੈਗਨ ਵੱਧਦੇ ਆ। ਫਿਰ ਬਾਅਦ ਮੈਂ ਸਾਰੀ ਜ਼ਿੰਦਗੀ ਲਾਹੌਰੂ ਕੁਆਟ ਲਾਰੀ ਪਾਈ। ਲਾਹੌਰੂ ਮਨਸਰੇ ਲਾਹੌਰੂ ਕੁਆਟ ਲਾਹੌਰੂ ਪਿਸ਼ਾਬ ਤੇ ਮੈਂ ਕਰਨਾ ਪਿਆ ਮੈਂ ਨਹੀਂ ਆਇਆ। ਮੈਂ ਅੱਧੀ ਜਵਾਨੀ ਲੰਘ ਗਈ 37-38 ਸਾਲ ਚ। ਮੇਰਾ ਇੱਕ ਦੋਸਤ ਹੈ ਅਸੀਂ ਇੱਕ ਦਿਨ ਪੈਦਾ ਹੋਇਆ। ਮੇਰਾ ਕੀ ਦੋਸਤ ਹੈ ਉਹਦੀ ਗਰੀਬੀ ਦੀ ਸਤਿਆਨਾਸ਼ ਹੋ ਗਈ ਆਪਣੀ ਤਬਾਹੀ ਹੋ ਗਈ। ਆਖਿਆ ਵੇਚ ਗਿਆ ਆਪੂ ਮਰ ਗਿਆ। ਔਲਾਦ ਜਿਹੜੀ ਉਹ ਕੁਦਰਤੀ ਚਲੋ ਰੋਟੀ ਕਮਾਉਂਦੇ ਨੇ। ਉਹ ਜੰਟ ਬੜਾ ਚੰਗਾ ਆ ਬੰਦਾ ਮੁਖਲਸ ਆਇਆ ਨੇਕ ਆਇਆ ਲੇਕਿਨ ਸਾਦਾ ਆ। ਉਹ ਇੱਕ ਬੰਦੇ ਨਾਲ ਰਲ ਕੇ ਏਜੰਟੀ ਕਰਦਾ। ਮੈਂ ਉਹਨੂੰ ਠਾਕਿਆ ਮੈਂ ਕਿਹਾ ਯਾਰ ਜਦੋਂ ਆ ਗਏ ਤੁਸੀਂ ਲਿਆਏ ਹੁਣ ਪ੍ਰੋਗਰਾਮ ਮੁੱਕ ਚੱਲਾ ਇਹਦੇ ਵਿੱਚ ਹੀ। ਅੱਜ ਮੈਂ ਛੋਟੀ ਜਿਹੀ ਗੱਲ ਕਰਨਾ 2 ਮਿੰਟ ਤੇ ਮੈਂ ਉਹਨੂੰ ਠਾਕਿਆ ਬਈ ਇਸ ਬੰਦੇ ਨਾਲ ਰਲ ਕੇ ਬਿਜ਼ਨਸ ਨਾ ਕਰ ਜਿੰਨਾ ਚਿਰ ਤੂੰ ਇਹਦੇ ਵਾਸਤੇ ਫਾਇਦੇਮੰਦ ਆ। ਬੰਦੇ ਉਹਦੇ ਪਹੁੰਚਦੇ ਨੇ ਬਈ ਯੂਰਪ ਠੀਕ ਹੈ ਜਿਹੜੇ ਮਾੜੀ ਚੰਗੀ ਹੋ ਗਈ ਤੈਨੂੰ ਇਹ ਲੈ ਜਾਓ ਬਿਲ। ਉਹੀ ਗੱਲ ਬਣ ਗਈ। ਉਹਨੂੰ ਲੱਖਾਂ ਚ ਘੇਰ ਲਿਆ। ਉਹਨੂੰ ਤੰਗ ਕਰੇ ਬਦਮਾਸ਼ੀ ਕਰੇ। ਮੇਰਾ ਮੁਰਸ਼ਿਦ ਕਾਮਲਾ ਮੇਰੇ ਬੰਦੇ ਤਲਕਾ ਲਿਆ ਮੇਰੇ ਪੀਰੋ ਮੁਰਸ਼ਿਦ ਗੁਜਰਾਤ ਮੈਂ ਉਹਨੂੰ ਵਿੱਚੋਂ 6-7 ਲੱਖ ਚੁੱਕ ਕੱਢਿਆ ਬਿਲਕੁਲ ਪਰੀ ਕਰਾ ਛੜਿਆ। ਅੱਛਾ ਉਹ ਮੈਨੂੰ ਆਦਾ ਜੀ ਗਰੂਪ ਯਾਰ ਸਾਰੀ ਜ਼ਿੰਦਗੀ ਲੋਕਾਂ ਨਾਲ ਨੇਕੀ ਹੁੰਦੀ ਆਪਣੇ ਪੁਰਾਣਾ ਕਿਸੇ ਮੇਰੇ ਨਾਲ ਆਨੇ ਨੇਕੀ ਨਹੀਂ ਕੀਤੀ। ਮੈਂ ਫਸਿਆ ਪੂਰਾ ਪਿੰਡ ਮੇਰੇ ਸੰਗ ਕੋਲ ਲੜਿਆ ਤੂੰ ਨੇਕੀ ਕੀਤੀ ਚੱਲ ਮੈਂ ਤੈਨੂੰ ਬਾਹਰ ਲੈ। ਮੈਂ ਯਾਰ ਮੈਂ ਨਹੀਂ ਜਾਂਦਾ ਬਾਹਰ। ਮੈਂ ਤੇ ਰੋਜ਼ੀ ਕਮਾਣਾ ਖਾਣਾ। ਉਹਨੇ ਕਿਹਾ ਮਾਂ ਨੇ ਮੇਰੀ ਮਰ ਜਾਏਗਾ ਬੱਸੇ ਦੀ ਚਲਾ 24 ਘੰਟੇ ਗੱਡੀ ਵਾਲਾ 200 ਕਮਿਸ਼ਨ ਲੱਭ ਲਿਆ। ਉੱਥੇ ਡਰਾਈਵਰੀ ਕਰੀ ਉਹ ਪਰ ਤੁਸੀਂ ਕਹਿਣਾ ਸੀ ਮੈਨੂੰ ਆਪਣੇ ਵਤਨ ਨਾਲ ਮੁਹੱਬਤ ਤੇ ਪਿਆਰ ਹੈ ਮੈਂ ਨਹੀਂ ਜਾਣਾ। ਮੈਂ ਉਹਨੂੰ ਪਤਾ ਮੈਨੂੰ ਨੇ ਪਹਿਲਾਂ 20 ਵਾਰੀ ਆਖਿਆ ਉਹ 7-8 ਸਾਲ ਜੰਸੀ ਕਰਦੇ ਆ ਪਹਿਲਾਂ ਮੈਂ ਨਹੀਂ ਆਇਆ। ਪਰ ਜਿਹੜੇ ਕੰਮ ਰੱਬੀ ਅਮਲ ਹੁੰਦੇ ਨੇ ਜਿਵੇਂ ਸਭ ਨਾਲ ਰੋਕ ਕੋਈ ਨਹੀਂ ਸਕਦਾ। ਉਹਨੇ ਮੈਨੂੰ ਖੂਬ ਯਾਰ ਮੰਨ ਜਾ ਮੇਰੀ ਗੱਲ। ਅੱਛਾ ਜੇ ਤੁਸੀਂ ਅੱਜ ਪਾਕਿਸਤਾਨ ਹੁੰਦੇ ਜਾਂ ਤੁਹਾਡੇ ਗੁਰਦੇ ਵਾਸ਼ ਹੁੰਦੇ ਤੇ ਤੁਸੀਂ ਦੁਨੀਆ ਤੇ ਹੋਣਾ ਸੀ। ਮੁਸ਼ਕਲ ਬਹੁਤ ਮੁਸ਼ਕਲ। ਜਿਵੇਂ ਸਾਹਿਬ ਮੈਂ ਤੁਹਾਨੂੰ ਦੱਸਾਂ ਮੈਨੂੰ 8 ਸਾਲ ਗੁਰਦਿਆਂ ਸਾਫ਼ ਕਰਾਉਂਦੇ ਹੋ ਗਏ ਜੇ। ਮੈਨੂੰ ਬੜਾ ਯਕੀਨ ਕਰੋ ਦਿਲ ਬੜਾ ਕਰਦਾ ਆਪਣੇ ਵਤਨ ਜਾਣ ਦਾ ਮਾਂ ਬਾਪ ਦੀ ਕਬਰ ਤੇ ਜਾਏ। 8 ਸਾਲ ਅਗਰ ਪਾਕਿਸਤਾਨ 'ਚ ਤੁਸੀਂ ਗੁਰਦੇ ਵਾਸ਼ ਮੁਸਲਮਾਨਾਂ ਦੇ ਮੁਲਕ 'ਚ ਕਰਵਾਉਂਦੇ ਤੇ ਉੱਥੇ ਆਸਾਨੀ ਨਾਲ ਹੋ ਜਾਣੇ ਸੀ। ਇੱਥੇ ਤੇ ਤੁਹਾਨੂੰ ਲੈ ਕੇ ਵੀ ਜਾਂਦੇ ਛੱਡ ਕੇ ਵੀ ਜਾਂਦੇ। ਇਹ ਤੁਸੀਂ ਕਹਿੰਦੇ ਜੀ ਇਹਨਾਂ ਨੇ ਦੋਜ਼ਖ 'ਚ ਜਾਣਾ ਵਾ। ਜਿਹੜੇ ਤੁਹਾਨੂੰ ਚੁੱਕੀ ਫਿਰਦੇ ਨੇ ਜਿਹੜੇ ਉੱਥੇ ਦੇ ਨੇ ਤੁਸੀਂ ਕਹਿੰਦੇ ਫਰਾਡ ਕਰਦੇ ਨੇ ਇਹ ਮੁਸਲਮਾਨ ਨੇ ਇਹਨਾਂ ਨੇ ਜੰਨਤ 'ਚ ਜਾਣਾ। ਮੈਂ ਯਾਦ ਕਰਨਾ ਵੀ ਜਵੇ ਸਾਹਿਬ ਮੇਰੇ ਮੂੰਹ ਅੱਜ ਤੱਕ ਸੁਣਿਆ ਜੇ ਬਈ ਕਿਸੇ ਦੋਜ਼ਖ 'ਚ ਜਾਣਾ ਜਨਰਲ ਜੀ। ਮੈਂ ਤੇ ਆਖਣਾ ਅੱਲਾਹ ਤਾਲਾ ਨੇ ਫੈਸਲਾ ਕਰਨਾ। ਲੇਕਿਨ ਗੱਲ ਤੇ ਇੱਕ ਹੁੰਦਾ ਮੁਸ਼ਰਿਕ ਮੁਸਲਮਾਨ ਪਹਿਲਾਂ ਬੁਨਿਆਦ ਮਕਾਨ ਦੀ ਬੁਨਿਆਦ ਨਾ ਹੋਵੇ ਤਾਂ ਉੱਥੇ ਮਕਾਨ ਜਿੰਨਾ ਮਰਜ਼ੀ ਸੋਹਣਾ ਪਿਆ ਬਣੇ। ਲੇਕਿਨ ਮੈਂ ਯਾਦ ਕਰਨਾ ਪਿਆ ਇਹਨਾਂ ਦੇ ਅਸੂਲ ਨੇ ਇਹਨਾਂ ਜਿਹੜੇ ਆਪਣੀ ਇਨਸਾਨੀਅਤ ਵਾਸਤੇ ਆਪਣੇ ਮੁਲਕਾਂ ਵਾਸਤੇ ਅਸੂਲ ਬਣਾਏ ਨੇ। ਅਸੀਂ ਉਹਨਾਂ ਦੇ ਮੁਤਾਬਕ ਇਹਨਾਂ ਦੇ ਮੁਲਕ 'ਚ ਰਹਿੰਦੇ ਹਾਂ। ਇਹ ਸਾਨੂੰ ਵੀ ਫਸੀਲਟੀ ਨੇ। ਮੈਂ ਤੁਸੀਂ ਕਹਿੰਦੇ ਨਾ 8 ਸਾਲ
ਮੇਰਾ ਇੱਕ ਭਾਂਜਾ ਲੱਗਦਾ ਜਿਹੜਾ ਜਵਾਨ ਮੁੰਡਾ ਕੁਵੈਤ ਹੁੰਦਾ, ਉਹਦੇ ਗੁੱਡੇ ਖਤਮ ਹੋ ਗਏ, ਉਹਨੇ ਉੱਥੇ ਇਲਾਜ ਬੜਾ ਯੂਰਪ 'ਚ ਮਹਿੰਗਾ ਜ਼ਬਰਦਸਤ। ਮੈਂ ਉਮਰਾ ਪਾਕ ਕਰਨ ਗਿਆ, ਉੱਥੇ ਬੜਾ ਮਹਿੰਗਾ ਇਲਾਜ ਹੈ। ਅੱਛਾ ਮੈਂ 2 ਹਫ਼ਤੇ ਰਿਹਾ ਤੇ ਉਹਨੇ ਜਨਾਬ ਲਈ ਉਹ ਵਾਪਸ ਆਇਆ, ਗਰੀਬੇ ਨੇ 6 ਮਹੀਨੇ ਨਹੀਂ ਕੱਢੇ। ਜਵਾਨ ਮੁੰਡਾ ਆ ਸਾਡੇ, ਹੋਰ ਮੇਰੀਆਂ ਗੁਆਂਢ ਇੱਕ ਬੱਚੀ 2 ਬੱਚੇ, ਉਹਨਾਂ 2 ਮਹੀਨੇ ਨਹੀਂ ਕੱਢੇ ਉੱਥੇ। ਤੇ ਮੈਂ ਬੜਿਆ ਬੰਦੇ ਕੋਲ ਪੁੱਛਿਆ, ਯਾਰ ਮੈਂ ਆਵਾਂ ਮਹੀਨਾ ਰਵਾਂ, ਮੈਂ ਰੁਪਈਏ ਦੇਣਾ? ਉਹਨੇ ਕਿਹਾ ਯਕੂਬ ਜਿੰਨੇ ਮਰਜ਼ੀ ਆ ਰੁਪਈਏ ਦੇਈ, ਭਾਵੇਂ ਡਬਲ ਟਰਬਲ ਦੀ, ਇਲਾਜ ਜੈਲੀ ਆ, ਇਹ ਕੌਮ ਜੈਲੀ ਹੈ। ਜਿਹਨਾਂ ਆਸਮੇ ਮੁਨਾਫਕ ਨੂੰ ਜਿਹੜਾ ਬਖੇਰਦਾ ਪਿਆ। ਮੈਂ ਕਿਹਾ ਜਨਰਲ ਆਸਮ ਮਨੀਰ ਤੇ ਹੋਣਾ ਆ, ਤੇ ਕੌਮ ਤੇ 75 ਸਾਲ ਤੋਂ ਇਸੇ ਕੰਮ ਤੇ ਲੱਗੀ ਦੀ। ਪਰ ਮੈਂ ਨਾ ਜੇ ਕੌਮ ਲੱਗੀ, ਪਰ ਇਹ ਜਿਹੜਾ ਮਰਜ਼ੀ ਲਾਲਾ ਬੰਦੇ ਕੰਮ ਨਾ ਕਰੇ, ਇਹ ਜਨਾਬਰੀ ਸਭ ਨਾਲੋਂ ਵੱਡੇ ਖਾਸ ਸੋਚ ਕੇ ਹੈ, ਕਿਉਂਕਿ ਜੇ ਨਾਸਾਂ ਬੜੀਆਂ ਸੋਹਣੀਆਂ ਨੇ, ਮੂੰਹ ਬੜਾ ਸੋਹਣਾ, ਖਾਨਦਾਨ ਉੱਚਾ। ਇਹ ਸੋਚ ਕੇ ਇਹਨੂੰ ਸੋਟੀ ਫੜਨ ਦਾ ਬੜਾ ਸ਼ੌਂਕ ਹੈ। ਜੇ ਜਾਂਦਾ ਅਮਰੀਕਾ ਤੇ ਸੋਟੀ ਗੱਡੀ ਭਰ ਜਾਂਦਾ, ਪਿੱਛੇ ਪੂਰਾ ਹੋ ਕੇ ਖਲੋਂਦਾ ਅੱਗੇ ਹੱਥ ਬੰਨ ਕੇ। ਤੇ ਜੇ ਜਾਂਦਾ ਉਹ ਮੁਹੰਮਦ ਬਿਨ ਸਲਮਾਨ ਦੇ ਸਾਹਮਣੇ ਸਾਊਦੀ ਅਰਬ, ਉਹਦਾ ਇੱਕ ਹੱਥ ਗੋਡੇ ਪਰ ਦਾ, ਦੂਜਾ ਹੱਥ ਪਤਾ ਨਹੀਂ ਕਿੱਥੇ ਹੁੰਦਾ, ਸਮਝ ਆ ਕੇ ਨਹੀਂ ਆ ਗਈ। ਉੱਥੇ ਸੋਟੀ ਅੰਦਰ ਲੈ ਲੈਂਦਾ, ਆਪਣੇ ਮੁਲਕ ਜਾਂਦਾ ਨਾਸਾ ਖੁਦੀਆਂ ਕਰ ਲੈਂਦਾ, ਉੱਥੇ ਜਾਂਦਾ ਥਲਮਕਾਈਆਂ ਹੁੰਦੀਆਂ। ਲਾ ਲੈਂਦਾ ਤੁਹਾਡੇ ਤੇ ਬਗੈਰ ਤੋਂ। ਚਲੋ ਠੀਕ ਹੈ, ਉਹਦਾ ਦਿੱਤਿਆ ਖਾਂਦੇ ਹੋ, ਟੈਕਸ ਖਾਂਦੇ ਹੋ, ਉਹਨਾਂ ਨੂੰ ਬਦਮਾਸ਼ੀ ਖਾਂਦੇ ਹੋ, ਜ਼ਾਲਮ ਦੇ ਬੱਚੇ ਹੋ। ਚਲੋ ਦੂਜੇ ਦੇ ਸਾਹਮਣੇ ਕਤੂਰੇ ਬਣੀ ਹੁੰਦੇ ਹੋ। ਚਲੋ बहुत शुक्रिया, थैंक यू। अस्सलाम वालेकुम। ये खूब सा मजाक में कर रहा था। ये तो बात दुरुस्त है कि यहाँ पे इलाज हर तरह का ख्याल रखा जाता है। और मैं एक ऐसा केस जानता हूँ कि वो खतून, उस पर शक था उन्हें कि ये मेडिसिन नहीं लेती, तो 2 दफ़ा एक नर्स आती है उसे चेक करने के लिए, अपने हाथ से मेडिसिन देने के लिए घर। यहाँ पे इंसानियत है। बाकी मुसलमान जन्नत में जाएंगे, फलां जन्नत में जाएगा, अमाल ने जन्नत में लेके जाना जिसके अमाल अच्छे होंगे। चैनल को सब्सक्राइब करें, जुड़े। सब देखने और सुनने वालों की खिदमत में मोहब्बत भरा सलाम। कल यहाँ पे जर्मनी में एक प्रोग्राम था, तो वहाँ पे एक साहब से मुलाकात हुई और वो कहने लगे, जनाब आपके प्रोग्राम में देखता हूँ, आप लोगों को कहते हैं कि जर्मनी में बेनिफिट बहुत ज़्यादा मिलता है और ये चीज़ अच्छी नहीं है। फिर पाकिस्तान से लोग जो हैं वो तैयारी पकड़ते हैं कि जर्मनी चलते हैं और जर्मनी की तारीफ़ भी आप बहुत करते हैं। सबसे पहली चीज़ तो ये है कि इसमें मैंने कोई गलत बात नहीं कही। वहाँ पे मैं इतनी बहस नहीं उनके साथ कर सकता था, क्योंकि मैंने निकलना था, कहीं पे जाना था। तो मैंने उनको यही कहा कि देखें, अगर आपको किसी ने पाकिस्तान से कह दिया कि मुझे यहाँ पे बुला लो, तो उसमें मेरा क्या कसूर है। तो वो साहब मुतमिन नहीं हुए। अब प्रॉब्लम ये है कि जर्मनी में जो लोग रहते हैं उनको पता है कि यहाँ पे बेनिफिट मिलते हैं। अगर आपके पास काम नहीं है तो आपको यहाँ पे ठीक ठाक पैसे वो देते हैं, जिसके 4-5 बच्चे हैं, घर का किराया फ्री मिलता है, हर चीज़ मेडिकल फ्री, और खाने पीने के लिए ज़्यादा पैसे देते हैं। जो सियासी पनाह वाले हैं उनके लिए आजकल इन्होंने विसाल कार्ड निकाला हुआ है और वो उसके ज़रिए अपनी जो भी ख़रीदारी है वो कर लेते हैं। अब इंसाफ का ये एतराज़ था कि शायद यहाँ पे मैंने कोई गलत बयानी से काम लिया। आप सबके इल्म में है कि बड़ी तादाद में यहाँ पे मुख्तलिफ ममालिक के लोग आए हुए हैं। उनमें शाम के लोग भी हैं, अफ़गानी भी हैं, पाकिस्तानी भी हैं, लबनानी भी हैं, पता नहीं कौन कौन से मुल्क से यहाँ पे लोग आए हुए हैं। और बड़ी तादाद में लोगों ने यहाँ पे इससे पहले भी और आज भी बेनिफिट के लिए अपनी दरख्वास्तें दी, उनके बेनिफिट मंजूर होते हैं और लोग उससे अपनी अच्छी ज़िंदगी गुजारते हैं। मैं कल या परसों एक जगह से गुज़र रहा था, तो बड़ी बड़ी खाइमें बनी हुई थी जहाँ पे शाम के लोग रह रहे थे, और उनमें अक्सर जो है वो बेनिफिट पे है। बाहर गाड़ियाँ भी उनकी खड़ी थी। तो बताने का मकसद ये है कि जो भी चैनल पे हम बात करते हैं वो कोई उसमें ये नहीं होता कि हवा में नहीं छोड़ते। अब इन साहब का एतराज़ शायद ये होगा कि लोग फिर जर्मनी आना चाहते हैं, तो भाई आप भी जर्मनी आए, मैं भी आया, अगर कोई दूसरा भी आ रहा है तो मेरा ख्याल आ जाना चाहिए। अगर अच्छी ज़िंदगी गुजारने के लिए किसी को भी कोई मौका मिलता है तो कौन छोड़ता है।
साथ हमारे ममालिक जिस तरह पाकिस्तान है, फ़र्ज़ करें वहाँ के हालात जो सियासी या मजहबी जिस तरह के ख़राब हैं, लोग आज़ादी से ज़िंदगी नहीं जी सकते और बड़ी तादाद में लोग वहाँ से लाखों रुपए दे के आते हैं, कई बेचारे रास्ते में गर्क हो जाते हैं समंदर में। तो मकसद बताने का यही है कि आप किसी को ये नहीं कह सकते कि जनाब आप जर्मनी में ना आए, आप इंग्लैंड में ना आए। मैंने आज तक किसी को ये नहीं कहा कि फ़लाँ जगह पे नहीं आए। प्रोग्रामों में मैं ये ज़रूर बताता हूँ कि ये मुश्किलात हैं, मगर कभी हमने प्रोग्राम में ये नहीं कहा कि आप यहाँ पे ना आए। फ़र्ज़ करें पीटीआई वाले आजकल इंग्लैंड में मुझे मिलते हैं कई, तो उनसे मुलाकात होती है। पाकिस्तान में पीटीआई के जो हालात है इस वक़्त, किसी को उठा ले तो गायब कर दे या कत्ल कर दे, कोई पूछने वाला नहीं। और फिर अगर वो जर्मनी या इंग्लैंड या यूरोप के किसी मुल्क में पहुंच जाता है तो वो यहाँ पे आके जो भी एप्लीकेशन करेगा, ज़ाहिर है यहाँ जज बैठे हुए हैं, वो उसका केस देखते हैं तो फिर ही वो केस को मंजूर करते हैं, वैसे तो नहीं करते ना। इसी तरह पाकिस्तान में जिस तरह मजहबी हालात बने हुए हैं, फ़र्ज़ करिए अहमदी हैं, उनके ख़िलाफ़ जो आर्डिनेंस जारी हुए हुए हैं वहाँ पे, उनके लिए आए दिन जो मुश्किलात बनती है। पिछले एक हफ़्ता भी नहीं मेरा ख़्याल गुज़रा, वो एक और बंदे को कत्ल कर दिया, मजहबी जो नफ़रत उसकी वजह से कल्हाड़ियों के वो वार करके उसके ऊपर। तो वो अगर लोग जो वहाँ पे मजहबी नफ़रत का शिकार है, वहाँ भी आप उनको नहीं रहने देते और जब वो वहाँ से यहाँ आ जाते हैं फिर भी ये तकलीफ़ होती है कि यहाँ पे क्यों आ गए, जाएँ तो जाएँ कहाँ? तो यहाँ पे पिछले दिनों मेरी हॉलैंड बात हो रही थी किसी साहब के साथ, तो मैंने उनसे पूछा कि क्या करते आप यहाँ? कहते हैं मैंने यहाँ पे सियासी पनाह का केस करवाया हुआ है। फिर मैंने उनसे पूछा कि आपको कहाँ रखा हुआ उन्होंने? कहने लगे कि एक रूम है जिसमें 8 बेड लगे हुए हैं और उसमें हम लोग रहते हैं। मैंने कहा कितने पाकिस्तानी हैं? तो वो कहने लगे मैं अकेला पाकिस्तानी हूँ, बाकी 7 दूसरे ममालिक के। तो हमारे जो पाकिस्तानी कोई बड़ी तादाद में इन ममालिक में नहीं है जितनी तादाद में दूसरे लोग हैं। अभी यूक्रेन जंग की वजह से जर्मनी या यूरोप में जितने लोग हैं, पाकिस्तानी तो उतने नहीं हैं। हमारे जो सिस्टम है, मैं थोड़ा-सा आपको बता देता हूँ कि हसद हमारे अंदर इतना पाया जाता है कि किसी की तरक्की को हम नहीं देख सकते। कोई अगर अच्छा खाना खाना शुरू कर दे, तो हमारे लिए मुसीबत होती है। मैं अभी एक कॉमर्स पढ़ रहा था, वो साहब लिख रहे थे कि ये आप रोज़ाना नए-नए कपड़े, नए-नए ग्लासेस, नए-नए ये पता नहीं वो क्या-क्या लिख रहे थे, कहाँ से आ जाते हैं आपके पास? वो यही बर्दाश्त नहीं कर रहे कि आपका लिबास इतना अच्छा होता है। हसद, जेलस, और जेलस की वजह इतनी बढ़ जाती है कि नफ़रत में उनको पता बेचारों को नहीं लगता कि क्या लिखना है, क्या नहीं लिखना। वहाँ से उनका म्यार का भी पता चल जाता है। हर बंदे की ख्वाहिश होती है वो अच्छा खाना खाए, अच्छा कपड़ा पहने। हमारी ख्वाहिश होती है अच्छे तरीके के साथ हम आपके सामने आके प्रोग्राम पेश करें। छोटी-छोटी चीज़ पे इतराज़। इसलिए मैं आपको बता रहा हूँ कि पाकिस्तानी हमारे जो हैं उनमें हसद बहुत ज़्यादा पाया जाता है। किसी भी फ़िरके से है, किसी भी मज़हब से है। हमारा ये चैनल है, हम इस पे मेहनत करते हैं। मेरे सुबह 8 बजे से हम लोग उठते हैं, इस पे काम शुरू हो जाता है। वो जो बैठे हुए उसने आराम से कह देना जनाब ये तो कोई इतना बड़ा काम नहीं, क्योंकि हसद है। और ऐसे-ऐसे मज़हबी लोग भी हैं जो हसद की जहन्नम में पड़े होते हैं। उनको मैं फिर कहता हूँ यार मैं आपके लिए एक दुआ-शुआ करूँगा, अल्लाह ताला आपको हौसला दे। ये बात इसलिए मैंने आपको बताई कि अगर कोई हमारा पाकिस्तानी यहाँ पे आता है तो उसकी मदद करनी चाहिए। उसकी अगर वो कोई आपसे मशवरा पूछे तो उसको कहो जनाब कोई प्रॉब्लम नहीं, मैं जहाँ तक हुआ आपकी मदद करूँगा। बजाय इसके कि ये जी बेनिफिट के चक्कर में यहाँ आ रहे हैं या ये जी फलाँ, बेनिफिट अगर गवर्नमेंट दे रही हो आपके घर से तो नहीं वो ले रहा बेनिफिट ना। अगर गवर्नमेंट यहाँ के कवानीन है कि एक बंदे को काम नहीं वो दे रहे, अगर उसके पास काम की इजाज़त नहीं, उसको काम नहीं मिल रहा, वो खाने के लिए तो देना। कि आपने जिस तरह पाकिस्तान को फ़कीर बना दिया, कोई सऊदी अरब माँग रहा है। कल भी 4 औरतों के ऊपर वीडियो कोई बना रहा था कि ये देखिए ये माँग रही।
تو اگر وہ عزت سے یہاں کھانا پینا دے رہے ہے تو آپ کو سر کسی کو مجھے کیا اعتراض ہو سکتا ہے؟ اگر انسان کے بس میں ہو تو وہ تو کسی کو 2 وقت کی روٹی نہ دے۔ تو یہ ایک سسٹم بنا ہوا گورنمنٹ کا، ان ممالک نے یہ سہولت دی ہوئی ہے یہاں پہ کہ لوگ جو ہے وہ اچھی زندگی گزارے، ان کو کھانے پینے کی پرابلم نہ ہو۔ یہ نہیں کہ آزاد لوگ یہ جو جیلوں میں بیٹھے ہوئے ہیں مسلمان ممالک کی طرح نہیں ہے کہ جانوروں کی طرح ان کے ساتھ سلوک کیا جائے اور جانوروں کی طرح انہیں روٹی دی جائے۔ یہاں پہ انہیں بھی عزت و احترام کے ساتھ کھانا پیش کیا جاتا ہے۔ یہاں پہ امیر غریب اکٹھے بیٹھ کے کھانا کھاتے ہیں، ہماری طرح نہیں کہ امیر کے صوفے کے پاس غریب بیٹھ بھی نہیں سکتا۔ تو میں اپنے جتنے بھی لوگ ہمارے پروگرام دیکھتے ہیں ان کو یہ صرف بتانا چاہتا ہوں، دیکھیں ہم نے تو کوئی فون کرے، کوئی مشورہ مانگے، کوئی پوچھے، میں تو اس کو جو بھی میرے میں عقل سمجھ جائے اس کے مطابق کوشش کرتے کہ اچھا مشورہ دیں۔ کسی کو یہ نہیں کہتے کہ آپ ایسی بات نہیں کرتے کہ وہ مایوس ہو جائے۔ اگر اس کا کوئی ایسے حالات بھی ہو تو میں تب بھی نہیں کہتا، پھر بھی میں دونوں طریقے اس کو بتا دیتا کہ آپ نیگیٹو پازیٹیو یہ دونوں چیزیں ہو سکتی ہیں تاکہ آپ ذہنی طور پہ تیار رہیں۔ تو آپ جناب جو بھی لوگ ہمارے پروگرام دیکھتے ہیں میں ان سے کہوں گا کہ اس حسد کی آگ سے باہر نکلنا بڑا مشکل ہے، کیونکہ یہ معاشرے میں ہمارے میں سب سے بڑی سکت جو جیلس لوگ ہوتے ہیں، حسد جن کے اندر اور بڑی اکثریت میں ہے، کوئی کم لوگ نہیں اس میں، کوئی 1-2 کی بات نہیں ہے، میرا ہر 99% 95% حسد کی آگ میں جلتے رہتے۔ ہمیں پتہ ہے جیسے جیسے یہ ہم نے اپنے چینل کو اللہ تعالیٰ کے فضل اور محنت کے ساتھ چلانے کی کوشش اب آج بھی کر رہے ہیں، اب تو چل رہا ہے الحمدللہ۔ تو کتنا ہمیں حسد کی وجہ سے کئی لوگ تو ایسے حسد کے میں بتا دیتا ہوں کہ ان کو اعتراضات ہوتے ہیں، اگر کسی ویڈیو میں معمولی سا نقص ہے یہ ساری ڈیلیٹ کر دے، یہ کر دے، وہ کر دے۔ تو زیادہ یہ جو مذہبی لوگ ہیں نا، یہ مجھے بھاشن یہ نہ دیا کرے، یہ آپ یہ نہ بتایا کرے، میں سب کو جانتا ہوں کہ کس قابل ہے آپ لوگ اور کہاں تک میں سمجھتا ہوں سب کو۔ اس لیے میں نے آپ کو بتایا کہ سب سے بڑا جو پرابلم وہ حسد ہے۔ اگر آپ میں یار کوالٹی ہے تو آپ بنا لے کوئی چینل، اگر کسی میں کوالٹی ہے تو وہ جرمنی آ رہا ہے یا انگلینڈ آ رہا ہے تو کسی کو کیا اعتراض ہے؟ بینیفٹ لے رہا ہے، گورنمنٹ دے رہی ہے، وہ لے رہا ہے، آپ کو ویسے نیند نہیں آ رہی، آپ کو ویسے ہی پیٹ میں پرابلم ہو رہی ہے، سمجھ سے باہر ہے۔ معذرت کے ساتھ ذرا سخت لفظ استعمال کرنے پڑے کہ یہاں پہ نہ تو ہم کوئی جھوٹ بتاتے ہیں، ہر چیز آپ کے سامنے ہے۔ کوئی آ کے یہاں ثابت کر دے کہ بینیفٹ نہیں ملتے تو میں کہوں گا نہیں ملتے۔ جو مستحق ہے اسے بینیفٹ یہاں دیتے ہیں، جو ان کی ریکوائرمنٹ پہ پورا اترتا ہے اس کو مل جاتے ہیں۔ چینل کو سبسکرائب کر لیں، جڑے رہیں ہمارے ساتھ تاکہ اور بھی پروگرام دیکھتے ہیں۔